ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਆਪਾਂ ਇਕਬਾਲ ਜੀ ਬਾਈਬਲ ਸਟੱਡੀ ਕਰ ਰਹੇ ਜੀ। ਹਾਂ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ ਔਰ ਹਾਂਜੀ 20ਵਾਂ ਚੈਪਟਰ ਉਹਦੀਆਂ 4 ਤੋਂ 10 ਆਇਤਾਂ ਕਰ ਰਹੇ ਹਾਂ ਜੀ। ਉਹਦੇ ਵਿੱਚ ਆਪਾਂ ਦੇਖ ਰਹੇ ਸੀਗੇ ਪਿੱਛੇ ਵੀ ਸਟੱਡੀਆਂ ਹੋਈਆਂ ਆ, ਅਗਲੀ ਸਟੱਡੀ ਕੰਟੀਨਿਊ ਚੱਲ ਰਹੀ ਆ। ਉਹਦੇ ਵਿੱਚ ਦੇਖ ਰਹੇ ਸੀਗੇ ਜਿਹੜਾ ਮਿਲੇਨੀਅਮ ਆ, ਜਿਹੜੀ ਯਿਸੂ ਦੀ 1000 ਸਾਲਾ ਬਾਦਸ਼ਾਹੀ ਆਉਣੀ ਆ, ਉਹ ਕਦੋਂ ਆਉਣੀ ਆ, ਉਸ ਤੋਂ ਪਹਿਲਾਂ ਪਹਿਲਾਂ ਕੀ ਕੀ ਵਾਕਿਆਤ ਹੋਣੇ ਆ, ਕੀ ਕੀ ਹਾਦਸੇ ਜਾਂ ਕੀ ਕੀ ਗੱਲਾਂ ਹੋਣੀਆਂ ਹਾਂਜੀ ਈਵੈਂਟਸ ਹੋਣੀਆਂ ਹੈਗੀ, ਅਤੇ ਉਹ ਚੀਜ਼ਾਂ ਆਪਾਂ ਦੇਖ ਰਹੇ ਹੈਗੇ ਹਾਂ ਹਾਂਜੀ। ਉਹਨਾਂ ਤੋਂ ਫਿਰ ਪਤਾ ਲੱਗ ਜਾਂਦਾ ਜਦੋਂ ਉਹ ਕੰਮ ਹੋਣ ਲੱਗ ਪਏ ਆ, ਹੋ ਰਹੇ ਆ, ਅਤੇ ਵੀ ਉਹਦੀ ਤਿਆਰੀ ਹੋ ਗਈ ਹੈ ਹਾਂਜੀ। ਆਪਾਂ ਉਹਦੇ ਬਾਰੇ ਕਰ ਰਹੇ ਹਾਂ, ਉਹਦੇ ਬਾਰੇ ਕਾਫੀ ਜਿਹੜੇ ਪਹਿਲੇ ਪੁਆਇੰਟ ਬੋਲ ਦਿੱਤੇ ਨੇ ਹਾਂਜੀ। ਸੋ ਉਹਦੇ ਬਾਅਦ ਇਹ ਦੇਖਾਂਗੇ ਭਈ ਇਹ ਜੇ ਤੇ ਇਹ ਰਾਜ ਹੋਣਾ ਤੇ ਕਿਸ ਕਿਸਮ ਦੀ ਗੌਰਮੈਂਟ ਹੋਣੀ ਹੈ ਜੀ ਹਾਂਜੀ ਹਾਂਜੀ ਹਾਂਜੀ। ਯਾਨੀ ਅਕਸਰ ਤੇ ਅਸੀਂ ਦੇਖਦੇ ਹਾਂ ਕਿ ਡੈਮੋਕ੍ਰੇਟਿਕ ਯਾਨੀ ਉਹ ਲੋਕ ਜਿਹੜੇ ਨੇ ਉਹ ਇਲੈਕਟ ਕਰਦੇ ਨੇ ਹੈ ਨਾ। ਹਾਂ, ਇਹ ਉਹ ਨਹੀਂ ਹੋਣੀ, ਵੋਟਾਂ ਵਾਲੀ ਨਹੀਂ ਹੋਣੀ, ਵੋਟਾਂ ਵਾਲੀ ਨਹੀਂ ਹੋਣੀ। ਤੇ ਇਹ ਹੋਣੀ ਹੈ ਅਸਲ ਵਿੱਚ ਆਟੋ ਕ੍ਰੀਏਟ ਆਪੇ ਹੀ ਬਣ ਜਾਣੀ, ਆਪੇ ਬਣਨੀ ਹੈ। ਯਾਨੀ ਕਿ ਇਹਦੇ ਵਿੱਚ ਇੱਕੋ ਹੀ ਜਿਹੜਾ ਹੈ ਉਹ ਰਾਜ ਕਰੇਗਾ, ਠੀਕ ਹੈ। ਯਾਨੀ ਕਿ ਇਹ ਉਹ ਵੀ ਨਹੀਂ ਕਿ ਜਿਸ ਤਰ੍ਹਾਂ ਇੰਗਲੈਂਡ ਦਾ ਰਾਜ ਹੈ ਉਹਦੇ 'ਚ ਕਿੰਗ ਬਾਦਸ਼ਾਹਾਂ ਦੀ, ਉਹ ਵੀ ਨਹੀਂ, ਬਲਕਿ ਇਹਨੂੰ ਕਹਿੰਦੇ ਨੇ ਥੀਓਕ੍ਰੈਟਿਕ। ਕੀ ਕਹਿੰਦੇ ਨੇ? ਥੀਓਕ੍ਰੈਟਿਕ। ਯਾਨੀ ਕਿ ਖੁਦਾ ਪਰਮੇਸ਼ਵਰ ਖੁਦ ਹੀ ਇਹਨੂੰ ਹਕੂਮਤ ਨੂੰ ਆਪਣੇ ਪੁੱਤਰ ਯਿਸੂ ਮਸੀਹ ਦੇ ਵਸੀਲੇ ਦੇ ਨਾਲ ਇਹਨੂੰ ਚਲਾਏਗਾ। ਯਾਨੀ ਇਹ ਪੂਰਾ ਕੰਟਰੋਲ ਜਿਹੜਾ ਹੈ ਉਹ ਪ੍ਰਭੂ ਯਿਸੂ ਮਸੀਹ ਕੋਲ ਹੋਣਾ ਹੈ। ਖਾਲੀ ਇਸਰਾਈਲ ਤੱਕ ਨਹੀਂ, ਪੂਰੀ ਦੁਨੀਆ ਦੇਖੋ। ਔਰ ਇਹਦੇ ਲਈ ਬੜੀ ਭਵਿੱਖਬਾਣੀਆਂ ਜਾਂ ਪ੍ਰੋਫਸੀਜ਼ ਹੋਈਆਂ ਦੀਆਂ ਨੇ। ਸਾਮ ਜਿਹੜਾ ਭਜਨ ਦੂਸਰਾ ਪੂਰਾ ਪਾਰਟ ਅਗਰ ਪੜ੍ਹੋ ਤਾਂ ਉਹਦੇ ਵਿੱਚ ਸਾਨੂੰ ਇਹੀ ਪੇਸ਼ਨ ਗੋਈਆਂ ਜਾਂ ਭਵਿੱਖਬਾਣੀਆਂ ਮਿਲਦੀਆਂ ਨੇ। ਜ਼ਬੂਰ 2 ਹਾਂਜੀ, ਜ਼ਬੂਰ 2 ਅਤੇ ਜ਼ਬੂਰ 89 ਉਹਦੀ 35 ਤੋਂ 37। 89 35 ਤੋਂ 37। ਫਿਰ ਯਸਾਇਆ 2 ਦੀ 2 ਤੋਂ 4। 2 ਦੀ 2 ਤੋਂ ਅਜ਼ਾਇਆ ਚੈਪਟਰ 2 ਵਰਸਿਸ 2 to 4। ਫਿਰ ਅਜ਼ਾਇਆ ਅੱਗੇ ਯਸਾਇਆ ਦੇ ਲਿਖਦੇ ਜਾਣਾ ਹੈ, ਮੈਂ ਹਵਾਲੇ ਹੋਰ ਦੇ ਰਿਹਾ। ਅਜ਼ਾਇਆ ਚੈਪਟਰ 4 ਵਰਸ 2 and 3 ਇਹਦੇ ਵਿੱਚ ਹੀ ਚੱਲਦੇ ਜਾਣਾ। ਫਿਰ ਯਸਾਇਆ 9 ਦੀ 6 ਤੇ 7, ਯਸਾਇਆ 11 ਦੀ 1 ਤੋਂ 15, ਯਸਾਇਆ 16 ਦੀ 5ਵੀਂ ਆਇਤ, ਯਸਾਇਆ 24 ਦੀ 23 ਜਾਂ 23 ਆਇਤ, ਯਸਾਇਆ 32 ਦੀ 1 ਤੋਂ 4, ਯਸਾਇਆ 40 ਦੀ 9 ਤੋਂ 10, ਯਸਾਇਆ 42 ਦੀ 1 ਤੋਂ 4, ਯਸਾਇਆ 52 ਯਾਨੀ ਅਜ਼ਾਇਆ 52 ਦੀ 7, ਜਰਮਾਇਆ 23 ਦੀ 5 ਤੋਂ 28 ਯਾਨੀ ਜਰਮਾਇਆ ਚੈਪਟਰ 23 5 to 8 5 ਤੋਂ 8 3 5 6 7 8 4 ਆਇਤਾਂ। ਅਤੇ ਫਿਰ ਹਿਜ਼ਕੀਏਲ ਚੈਪਟਰ 43 ਦੀ 7 ਯਾਨੀ ਹਿਜ਼ਕੀਏਲ 43 ਦੀ 7, ਡੈਨੀਅਲ ਚੈਪਟਰ 9 ਵਰਸ 44 ਤੇ 45, ਅਤੇ ਡੈਨੀਅਲ ਚੈਪਟਰ 7 ਵਰਸ 13 to 14, ਠੀਕ ਹੈ। ਡੈਨੀਅਲ 2 ਦੀ 44 ਤੇ 45 ਅਤੇ ਡੈਨੀਅਲ 7 ਦੀ 13 ਤੇ 14। ਇਹ ਬਾਜ਼ ਔਕਾਤ ਤੇ ਵਰਸਿਸ ਪਿੱਛੇ ਵੀ ਆਈਆਂ ਨੇ ਅਤੇ ਉਹ ਸਾਨੂੰ ਫਿਰ ਇੱਕਦਮ ਯਾਦ ਆ ਜਾਏਗਾ। ਡੈਨੀਅਲ 7 ਦੀ ਲਾਸਟ ਨਹੀਂ ਸੀ 13 ਤੇ 14। ਅਤੇ ਮਾਈਕਾ ਜਾਂ ਮੀਕਾ ਉਹਦਾ ਚੌਥਾ ਚੈਪਟਰ ਪੂਰੇ 'ਚ ਹੀ ਬਿਆਨ ਹੋਇਆ ਹੈ, ਠੀਕ ਹੈ, ਮਾਈਕਾ ਜਾਂ ਮੀਕਾ। ਫਿਰ ਉਹਦੇ ਬਾਅਦ ਮਾਈਕਾ 5 ਦੀ 1 ਤੋਂ 7 ਦੇ ਵਿੱਚ ਵੀ ਇਹ ਦੱਸਿਆ ਹੈ। ਕੀ ਦੇਖ ਰਹੇ ਹਾਂ ਕਿ ਗੌਰਮੈਂਟ ਜਿਹੜੀ ਇਹ ਕਿਹੜੀ ਹੋਏਗੀ, ਕਿਸ ਕਿਸਮ ਦੀ ਹੋਏਗੀ, ਕਿਉਂਕਿ ਇਹ ਰਾਜ ਥੀਓਕ੍ਰੈਟਿਕ ਮਤਲਬ ਇਹ ਰੱਬ ਥਰੂ ਯਿਸੂ ਮਸੀਹ ਦੇ ਇਹ ਸਾਰੀ ਹਕੂਮਤ ਯਿਸੂ ਚਲਾਏਗਾ।
ਫਿਰ ਉਹਦੇ ਬਾਅਦ ਜੀ ਮੀਕਾ 5 ਦੀ 1 ਤੋਂ 7 ਲਿਖ ਲਿਆ। ਫਿਰ ਉਹਦੇ ਬਾਅਦ ਜ਼ਕਰੀਆ 6 ਦੀ 12 ਤੇ 13, ਜ਼ਕਰੀਆ 6 ਦੀ 12 ਤੇ 13, ਤੇ ਜ਼ਕਰੀਆ 14 ਦੀ 1 ਤੋਂ 21। ਠੀਕ ਹੈ। ਮਤੀ 5 ਦੀ 31 ਤੋਂ 46, ਇਹ ਯਿਸੂ ਨੇ ਵੀ ਦੱਸਿਆ ਸੀ। ਮੈਥਿਊ ਚੈਪਟਰ 25 ਵਰਸਿਸ 31 to 46। ਲੂਕ ਚੈਪਟਰ 1 ਵਰਸ 32 ਤੇ 33, ਲੂਕਾ 1 ਦੀ 32 33। ਰੈਵਲੇਸ਼ਨ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ 11 ਦੀ 15 ਤੇ 20 ਦੀ 1 ਤੋਂ 10। ਠੀਕ ਹੈ, ਪ੍ਰਕਾਸ਼ ਦੀ ਪੋਥੀ 11 ਚੈਪਟਰ ਉਹਦੀ 15 ਹੈ ਤੇ 20 ਦੀ 1 ਤੋਂ 10। ਅੱਛਾ ਜੀ, ਫਿਰ ਅਸੀਂ ਇਹ ਦੇਖ ਰਹੇ ਹਾਂ ਕਿ ਗੌਰਮੈਂਟ ਕਿਹੜੀ ਹੋਣੀ ਹੈ। ਸੋ ਇਹ ਇਸ ਤਰ੍ਹਾਂ ਹੋਏਗੀ, ਜਦੋਂ 1000 ਸਾਲਾ ਬਾਦਸ਼ਾਹੀ ਸ਼ੁਰੂ ਹੋਏਗੀ, ਦਾਊਦ ਨਬੀ ਫਿਰ ਇਸਰਾਈਲ ਦੇ 12 ਗੋਥਾਂ ਉੱਤੇ ਦੁਬਾਰਾ ਇਹ ਬਾਦਸ਼ਾਹ ਹੋਏਗਾ ਅੰਡਰ ਜੀਸਸ, ਯਿਸੂ ਦੇ ਅੰਡਰ। ਇਹ ਆਲ ਇਨ ਆਲ ਤੇ ਯਿਸੂ ਹੋਣਾ ਹੈ। ਉਹਦੇ ਥੱਲੇ ਇਹ ਦਾਊਦ ਨਾਲ ਵੀ ਵਾਅਦੇ ਹੋਏ ਦੇ ਨੇ ਜੀ ਕਿ ਉਹ ਫਿਰ ਦੁਬਾਰਾ 1000 ਸਾਲਾ ਬਾਦਸ਼ਾਹੀ 'ਚ 12 ਗੋਥਾਂ ਜਾਂ 12 ਕਬੀਲਿਆਂ ਉੱਤੇ ਬਾਦਸ਼ਾਹ ਹੋਏਗਾ। ਯਰਮੀਆ 30 ਦੀ 9, ਯਾਨੀ ਯਰਮੀਆ 30 ਦੀ 9 ਹੈ, ਤੇ ਹਿਜ਼ਕੀਏਲ 34 ਦੀ 24, ਹਿਜ਼ਕੀਏਲ 34 ਦੀ 24, ਤੇ ਇਜ਼ਕੀਏਲ 37 ਦੀ 24 to 28, ਯਾਨੀ ਹਿਜ਼ਕੀਏਲ 37 ਦੀ 24 ਤੋਂ 28, ਤੇ ਹੋਸੀਆ ਚੈਪਟਰ 3 ਵਰਸ 4 and 5। ਦੇਖੋ ਜੀ, ਇਹ ਜੇ ਨਹੀਂ ਭਾਈ ਇੱਕ ਵਰਸ ਤੋਂ ਕੰਮ ਨਹੀਂ, ਇਹ ਤਾਂ ਖੁਦਾ ਨੇ ਪਹਿਲੇ ਹੀ ਦੱਸਿਆ ਸਾਰਾ ਪਲਾਨ ਬਾਈਬਲ ਦੇ ਵਿੱਚ ਕਿ ਆਇੰਦਾ ਆਉਣ ਵਾਲੀ ਗੱਲਾਂ ਦੀ ਭਵਿੱਖਬਾਣੀਆਂ। ਭਵਿੱਖਬਾਣੀ ਬੋਲਦੇ ਨਹੀਂ, ਭਵਿੱਖਬਾਣੀ। ਫਿਰ ਜਨਾਬ ਇਹ ਕਿਸ ਕਿਸਮ ਦੀ ਗੌਰਮੈਂਟ ਹੋਏਗੀ? ਇਹਦੇ ਵਿੱਚ ਹੋਏਗਾ ਕਿ ਜਿਹੜੇ ਯਿਸੂ ਦੇ 12 ਚੁਣੇ ਗਏ ਅਪੋਸਲ ਰਸੂਲ ਤੇ ਆਦਮ ਤੋਂ ਲੈ ਕੇ 1000 ਸਾਲਾਂ ਬਾਦਸ਼ਾਹੀ ਤੱਕ ਦੇ ਸੰਤ, ਜਾਂ ਉਹ ਜਿਹੜੇ ਰੈਪਚਰ ਵਿੱਚ ਜਾਂ ਪਹਿਲੀ ਪੁਨਰ ਅਥਾਨ ਦੇ ਵਿੱਚ ਹੋਣਗੇ, ਹੈ ਨਾ, ਪੁਨਰ ਅਥਾਨ ਤੱਕ ਉਹ ਸ਼ਾਮਲ ਹੋਣਗੇ। ਠੀਕ ਹੈ, ਔਰ ਇਸ ਬਾਦਸ਼ਾਹੀ 'ਚ ਉਹ ਵੀ ਸ਼ਾਮਲ ਹੋਣਗੇ। ਸਾਮਸ 149 ਵਰਸ 5 to 9 ਦੇ ਵਿੱਚ ਇਹਦਾ ਜ਼ਿਕਰ ਹੈਗਾ। ਅੱਗੇ ਡੈਨੀਅਲ ਚੈਪਟਰ 7 ਦੀ 18 ਤੋਂ 27, ਬੜੀ ਵਰਸਿਸ ਜੇ, ਪਰ ਮੈਂ ਚਾਹਾਂਗਾ ਬੋਲਾਂ ਤਾਂ ਕਿ ਜਿਨ੍ਹਾਂ ਨੇ ਸਟੱਡੀ ਕਰਨੀ ਹੈ ਉਹ ਖੁੱਲ੍ਹ ਕੇ ਸਟੱਡੀ ਕਰਨ। ਸ਼ਾਇਦ ਇਹ ਜਿਹੜੀਆਂ ਗੱਲਾਂ ਅਸੀਂ ਸ਼ਾਇਦ 1 ਘੰਟੇ 'ਚ ਹੀ ਦੱਸ ਰਹੇ ਹਾਂ, ਉਹਨਾਂ ਦੇ 2 ਮਹੀਨੇ ਲੱਗਣੇ ਚਾਹੀਦੇ ਨੇ। ਸੋ ਡੈਨੀਅਲ ਚੈਪਟਰ 7 ਵਰਸ 18 to 27 ਹੋ ਗਈ ਸੀ। ਤੇ ਫਿਰ ਮੈਥਿਊ ਚੈਪਟਰ 19 ਵਰਸ 28, ਮਤੀ 19 ਦੀ 28, ਪਹਿਲਾ ਕਰੰਥੀਆਂ 4 ਦੀ 8, ਫਸਟ ਕਰੰਥੀਆਂ ਚੈਪਟਰ 4 ਵਰਸ 8। ਸੋ ਪਹਿਲਾ ਕਰੰਥੀਆਂ 6 ਦੀ 2, ਮਤਲਬ ਹੈ ਪਹਿਲਾ ਕਰੰਥੀਆਂ 6 ਦੀ 2। ਮੈਂ ਤੇਜ਼ ਤੇ ਨਹੀਂ ਬੋਲ ਰਿਹਾ ਸਰ, ਠੀਕ ਹੈ? ਅੱਛਾ, ਤੇ ਪਹਿਲਾ ਕਰੰਥੀਆਂ 6 ਦੀ 2, ਅਫੀਸ਼ੀਅਨ ਚੈਪਟਰ 2 ਵਰਸ 7, ਇਫਸੀਆਂ 2 ਦੀ 7, ਦੂਸਰਾ ਤਮੋਥੀਅਸ 2 ਦੀ 12, ਅਬਰਾਨੀਓ 11 ਪਾਰਟ ਪੂਰਾ ਜੇ। ਇਹ ਬੜਾ ਵਿਸ਼ਵਾਸ ਦਾ, ਫੇਥ ਦਾ ਚੈਪਟਰ ਹੈ। ਇਹਦੇ ਵਿੱਚ ਵੀ ਇਹ ਪੂਰਾ ਹੋਏਗਾ ਕਿ ਕਿਹੜੇ ਰਸੂਲ ਤੇ ਆਦਮ ਤੋਂ ਲੈ ਕੇ 1000 ਸਾਲਾ ਬਾਦਸ਼ਾਹੀ ਦੇ ਸਾਰੇ ਸੰਤ, ਤੇ ਉਹ ਜਿਹੜੇ ਅੱਗੋਂ ਐਂਟੀ ਕ੍ਰਾਈਸਟ ਦੇ ਦੌਰ ਦੇ ਵਿੱਚ ਸ਼ਹਾਦਤੀਆਂ ਦੇ ਕੇ ਜਾਣਗੇ, ਉਹ ਲੋਕ ਇਸ ਕੀ ਕਹਿੰਦੇ ਨੇ, ਉਦੋਂ ਤੱਕ ਦੇ ਸਾਰੇ ਸਿੱਧੀ ਗੱਲ। ਸੋ ਲਿਖ ਲਿਆ ਜ਼ਬੂਰ, ਲਾਸਟ ਕਿਹੜਾ ਲਿਖਿਆ ਤੁਸੀਂ? ਲਿਖਿਆ ਹੀਬਰੂ ਚੈਪਟਰ 11 ਲਿਖਿਆ ਜੀ। ਹੀਬਰੂ ਚੈਪਟਰ 11, ਰੋਮਨਸ ਚੈਪਟਰ 8 ਵਰਸ 17, ਰੋਮੀਓ 8 ਦੀ 17।
ਸੋ ਦੂਸਰਾ ਥਸਲਨੀਕੀਆਂ 1 ਦੀ 4 ਤੋਂ ਲੈ ਕੇ 7, ਸੈਕੰਡ ਥੈਸਲੋਨੀਅਨ ਚੈਪਟਰ 1 ਵਰਸ 4 to 7, ਰੈਵਲੇਸ਼ਨ ਚੈਪਟਰ 1 ਵਰਸ 6, ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 1 ਦੀ 6, ਰੈਵਲੇਸ਼ਨ ਜਾਂ ਪ੍ਰਕਾਸ਼ ਦੀ ਪੋਥੀ 2 ਦੀ 26 ਤੇ 27, ਤੇ ਫਿਰ ਕੁਝ ਰੈਵਲੇਸ਼ਨ ਦੇ ਹੋਰ ਲਿਖ ਲਓ। ਰੈਵਲੇਸ਼ਨ 5 ਦੀ 9 ਤੋਂ 10, ਤੇ 11 ਦੀ 15, 12 ਦੀ 5, ਹਾਂਜੀ, ਤੇ 20 ਦੀ 4 ਤੋਂ 6। ਅੱਛਾ, ਫਿਰ ਦੁਬਾਰਾ ਬੋਲਣਾ। 5 ਦੀ 9 ਤੋਂ 10, ਹਾਂ 11 ਦੀ ਤੇ 11 ਦੀ 15, 12 ਦੀ 5, ਹਾਂ 20 ਦੀ 4 ਤੋਂ 6, 22 ਦੀ 5, ਪੰਜਵੀਂ ਆਇਤ, ਪੰਜਵੀਂ ਜਾਂ ਪੰਜਵੀਂ 5th ਵਰਸ, Okay. ਪੰਜਵੀਂ ਹੈ, 5th, ਹਾਂਜੀ ਪੰਜਵੀਂ। ਪੰਜਵੀਂ। ਅੱਛਾ, ਸੋ ਇਹ ਹੁਣ ਇਹ ਵੇ ਕਿ ਇਸ ਆਪਣਾ ਟੌਪਿਕ ਹੀ ਹੈ ਸਾਡਾ ਕਿ ਇਹ ਗੌਰਮੈਂਟ ਕਿਸ ਕਿਸਮ ਦੀ ਹੋਏਗੀ। ਇਹਦੇ ਵਿੱਚ ਫਿਰ ਸਾਰੇ ਸੰਤਾਂ ਦਾ ਨਿਆਂ ਵੀ ਹੋਣਾ ਹੈ। ਯਿਸੂ ਤੇ ਲੈ ਗਿਆ ਇਬਰਾਹਿਮ ਤੋਂ ਯਿਸੂ ਤੱਕ ਦੀਆਂ ਉਹ ਸਾਰੀਆਂ ਜ਼ਬੂਰ 68 ਦੀ 18, ਠੀਕ ਹੈ, ਤੇ ਉਹਦੀ ਦੇਖ ਲਓ ਇਫਸੀਆਂ 4 ਦੀ 8ਵੀਂ ਆਇਤ, ਹੈ ਨਾ। ਇਹ ਸਾਰੇ ਚਲੇ ਗਏ ਨੇ ਉੱਤੇ, ਲੇਕਿਨ ਇਹਨਾਂ ਨੂੰ ਰਿਵਾਰਡ ਦੇ ਲਈ ਇਹਨਾਂ ਦਾ ਵੀ ਕੀ ਕਹਿਣਗੇ, ਦਿੱਤੇ ਜਾਣਗੇ ਇਹਨਾਂ ਦੇ ਕੰਮਾਂ ਦੇ ਮੁਤਾਬਿਕ। ਚਰਚ ਦੀ ਤੇ ਉਹ ਪਾਰਟ, ਉਹ ਲੋਕ ਜਿਹੜੇ ਤਿਆਰ ਹੋਣਗੇ ਅਬਰਾਨੀਆਂ 9 ਦੀ 28 ਦੇ ਮੁਤਾਬਿਕ, ਉਹ ਤੇ ਯਿਸੂ ਨਾਲ ਚੁੱਕੇ ਜਾਣਗੇ, ਬਾਕੀ ਥੱਲੇ ਰਹਿ ਜਾਣਗੇ ਯਿਸੂ ਦੇ ਵਿਰੋਧੀ ਦੇ, ਫਿਰ ਉਹ ਸ਼ਹਾਦਤੀਆਂ ਦੇ ਕੇ ਤੇ ਉੱਤੇ ਆਣਗੇ। ਇਹਨਾਂ ਦੀਆਂ ਫਿਰ ਰਿਵਾਰਡ ਜ਼ਰੂਰੀ ਨੇ ਅਜਰ ਦੇਣੇ, ਕਿਉਂਕਿ ਰਿਵਾਰਡਸ ਦੇ ਮੁਤਾਬਿਕ ਇਸ ਹਕੂਮਤ ਦੇ ਵਿੱਚ ਉਹਨਾਂ ਨੂੰ ਅਹੁਦੇ ਦਿੱਤੇ ਜਾਣਗੇ। ਤੂੰ ਮਿਨਿਸਟਰ ਹੈ, ਤੂੰ ਪ੍ਰਾਈਮ ਮਿਨਿਸਟਰ ਹੈ, ਜਾਂ ਹੈ ਨਾ, ਉਹਦੇ ਸਮਝ ਦਿੱਤੇ ਜਾਣਗੇ। ਕਿਉਂਕਿ ਪੁਰਾਣੇ ਨੇਮ ਦੇ ਦੇਖੋ, ਇਹ ਖੁਦਾ ਕਿਸੇ ਦੀ ਤਰਫਦਾਰੀ ਨਹੀਂ ਕਰਦਾ, ਕੀ ਨਹੀਂ ਕਰਦਾ। ਇਹ ਹੁਣ ਇਹ ਸਾਨੂੰ ਸਮਝਣਾ ਚਾਹੀਦਾ ਹੈ ਕਿ ਪੁਰਾਣੇ ਨੇਮ ਦੇ ਸੰਤਾਂ ਨੇ ਨਏ ਨੇਮ ਦੇ ਜਿਹੜੇ ਬਲੀਵਰਸ ਨੇ ਉਹਨਾਂ ਨਾਲ ਬਹੁਤ ਵੱਡੇ ਕੰਮ ਕੀਤੇ ਨੇ। ਤੇ ਕੀ ਖਿਆਲ ਹੈ ਕਿ ਜਦੋਂ ਉਹਨਾਂ ਨੇ ਕੰਮ ਕੀਤੇ ਨੇ ਤੇ ਅਸੀਂ ਨਾਰੇ ਮਾਰਦੇ ਰਹੀਏ ਜੀ ਅਸੀਂ ਉਹਨਾਂ ਨਾਲ ਚੰਗੇ ਆ? ਨਹੀਂ, ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਉਹਨਾਂ ਦਾ ਜਿਹੜੇ ਦਰਜੇ ਨੇ ਜਾਂ ਉਹਨਾਂ ਦੇ ਰੈਂਕਸ ਉਹ ਉਹਨਾਂ ਦੇ ਕੰਮਾਂ ਦੇ ਮੁਤਾਬਿਕ ਹੋਣਗੇ ਜੀ। ਮਿਸਾਲ ਦੇ ਤੌਰ ਤੇ ਕਿ ਹਨੂਕ ਨੇ ਜਿਹੜਾ ਕੰਮ ਕਰ ਲਿਆ, ਇਬਰਾਹਿਮ ਨੇ, ਮੂਸਾ ਨੇ, ਏਲੀਆ ਨੇ, ਤੇ ਇਹ ਕੀ ਖਿਆਲ ਹੈ ਇਹ ਫਿਰ ਹੁਣ ਮੇਰੇ ਜੇ ਬੰਦੇ ਦੇ ਕਹੀਏ ਕਿ ਉਹ ਥੱਲੇ ਹੀ ਰਹਿਣ? ਨਹੀਂ, ਉਹਨਾਂ ਦਾ ਦੇਖਿਆ ਜਾਏਗਾ। ਇਹ ਬਹੁਤ ਇੱਕ ਗੱਲ ਹੈ। ਉਹ ਰਿਵਾਰਡ ਉਹਨਾਂ ਨੂੰ ਉਹਦੇ ਮੁਤਾਬਿਕ ਉਹਨਾਂ ਨੂੰ ਕੀ ਯਾਰ ਅਹੁਦੇ ਮਿਲਣਗੇ, ਅਹੁਦੇ, ਠੀਕ ਹੈ, ਪੋਜੀਸ਼ਨਸ ਮਿਲਣਗੀਆਂ। ਤੇ ਇਹ ਇੱਕ ਬੜਾ ਸਵਾਲ ਹੈ ਜਿਹੜਾ ਸਾਨੂੰ ਬਲੀਵਰਸ ਨੂੰ ਦੇਖਣਾ ਚਾਹੀਦਾ ਹੈ। ਇਸ ਲਈ ਸਾਨੂੰ ਵੀ ਵੱਧ ਕੇ ਕੰਮ ਕਰਨਾ ਚਾਹੀਦਾ ਹੈ। ਕਿਉਂ ਜੇ ਉਹ ਇਸ ਲਈ ਕਿ ਅਸੀਂ ਨਵੇਂ ਨੇਮ ਵਿੱਚ ਪੈਦਾ ਹੋਏ ਹਾਂ, ਇਸ ਲਈ ਅਸੀਂ ਬੜਕਾਂ ਪੇ ਮਾਰੀਏ ਨਹੀਂ। ਚਲੋ, ਇਹ ਬਾਈਬਲ ਦਾ ਫੈਸਲੇ ਇਹ ਬਹੁਤ ਇੰਪੋਰਟੈਂਟ ਹੈ। ਜਸਵਿੰਦਰ ਜੀ, ਇਹਨੂੰ ਤੁਸੀਂ ਲਾਜ਼ਮੀ ਪ੍ਰੀਚ ਕਰੋਗੇ ਕਿਤੇ। ਕਹਾਵਤਾਂ, ਪ੍ਰੋਵਰਬਸ 24 ਦੀ 12, ਜ਼ਬੂਰ ਭਜਨ ਜਾਂ ਠੀਕ ਹੈ, ਜ਼ਬੂਰ 62 ਦੀ 12, ਸਾਮਸ 62 ਦੀ 12, ਜਰਮਾਇਆ ਚੈਪਟਰ 31 ਵਰਸ 16, ਰੋਮਨਸ ਚੈਪਟਰ 14 ਵਰਸ 12, ਰੋਮੀਆਂ 14 ਦੀ 12। ਠੀਕ ਹੈ, ਇਹ ਹਿਸਾਬ ਹੋਣਾ ਜੇ। ਇਹ ਪਤਾ ਕੀ ਹੈ, ਇਹ ਨਰਖਾਂ ਦੀ ਗੱਲ ਨਹੀਂ ਹੁੰਦੀ, ਤੁਸੀਂ ਇਹਨੂੰ ਬੜਾ ਖੁੱਲ੍ਹ ਕੇ ਬਿਆਨ ਕਰਦੇ ਹੋ, ਬਲਕਿ ਇਹ ਜਿਹੜੇ ਕੰਮ ਅਸੀਂ ਉਹਨਾਂ ਨੇ ਵੀ ਕੀਤੇ, ਪੁਰਾਣੇ ਸੰਤਾਂ ਨੇ, ਜਿਹੜੇ ਸੰਤ ਜਿਹੜੇ ਯਿਸੂ ਦੇ ਰਸੂਲ ਜਾਂ ਜਿਨ੍ਹਾਂ ਨੇ ਵੀ ਕੀਤੇ ਨੇ, ਸਾਰਿਆਂ ਨੂੰ ਇਸ ਲਈ ਹਿਸਾਬ ਹੋਣਾ ਹੈ ਕਿ ਉਹਨਾਂ ਨੂੰ ਰਿਵਾਰਡ ਦਿੱਤੇ ਜਾਣ, ਉਹਦੇ ਮੁਤਾਬਿਕ ਉਹਨਾਂ ਨੂੰ ਅਹੁਦੇ ਦਿੱਤੇ ਜਾਣਗੇ। ਠੀਕ ਹੈ, ਫਿਰ ਦੂਸਰਾ ਕਰੰਥੀਆਂ 5 ਦੀ 10 ਤੇ 11, ਠੀਕ ਹੈ ਜੀ। ਤੇ ਪਹਿਲਾ ਕਰੰਥੀਆਂ
ਸੌਰੀ ਪਹਿਲੇ ਲਿਖਾਣਾ ਸੀ, ਪਹਿਲਾ ਕਰੰਥੀਆਂ 3 ਦੀ 11 ਤੋਂ 15 ਤੇ ਦੂਸਰਾ ਕਰੰਥੀਆਂ 5 ਦੀ 10 ਤੇ 11 ਤੇ ਯਕੂਬ ਜੇਮਸ ਚੈਪਟਰ 2 ਵਰਸ 21 to 25, ਯਕੂਬ 2 ਦੀ 21 ਤੋਂ 25, ਦ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ 14 ਦੀ 12 ਤੇ ਫਿਰ 20 ਦੀ 12 ਤੋਂ 15, ਹਾਂਜੀ, ਤੇ ਫਿਰ 22 ਦੀ 12। ਅੱਛਾ, ਹੁਣ ਇਹਦੇ ਵਿੱਚ ਨਾ ਇਹ ਚੂੰਕਿ ਅਸੀਂ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੀ ਕਹਿੰਦੇ ਨੇ, ਗੌਰਮੈਂਟ ਦੇ ਵਿੱਚ ਇਹ ਪੂਰਾ ਰਾਜ ਦੇ ਵਿੱਚ ਜਿਹੜੀ ਗੌਰਮੈਂਟਾਂ ਬਣਦੀਆਂ ਨੇ ਉਹਦੇ ਵਿੱਚ ਫਿਰ ਮਿਨਿਸਟਰਸ ਤੇ ਹੋਰ ਸਾਰੇ ਹੁੰਦੇ ਨੇ। ਸੋ ਇਹਦੇ ਵਿੱਚ ਕਈ ਲੋਕ ਇਸ ਬਾਦਸ਼ਾਹੀ ਸ਼ਾਮਲ ਹੀ ਨਹੀਂ ਹੋ ਸਕਣਗੇ, ਇਹ ਵੀ ਨੋਟ ਕਰਨੇ ਵਾਲੀ ਗੱਲ ਹੈ। ਉਹਨਾਂ ਦਾ ਕੋਈ ਹਿੱਸਾ ਨਹੀਂ ਹੋਏਗਾ, ਜਿੰਦੇ ਤੇ ਹੋਣਗੇ। ਮੈਥਿਊ ਮਤੀ 18 ਦੀ 1 ਤੋਂ 13, ਮਤੀ 18 ਦੀ 1 ਤੋਂ 13, ਲੂਕਾ 9 ਦੀ 62, ਲੂਕ ਚੈਪਟਰ 9 ਵਰਸ 62, ਲੂਕ ਚੈਪਟਰ 14 ਉਹਦੀ 27, ਲੂਕਾ 14 ਦੀ 27, ਯੂਹੰਨਾ 3 ਦੀ 3 ਤੋਂ 5। ਦੇਖੋ ਕਿੰਨੇ ਹਵਾਲੇ ਜੇ। ਇਹ ਲੋਕ ਉਸ ਦੇ ਵਿੱਚ ਉਹਨਾਂ ਨੂੰ ਇਹਦੇ ਵਿੱਚ ਕੋਈ ਹਿੱਸਾ ਨਹੀਂ ਹੋਏਗਾ, ਆਮ ਜਨਤਾ ਦੇ ਤੌਰ ਤੇ ਹੀ ਹੋਣਗੇ, ਪਰ ਉਹ ਕਹਿਣਗੇ ਸਾਨੂੰ ਵੀ ਕੋਈ MPA ਵਗੈਰਾ ਬਣ ਜਾਈਏ। ਨਹੀਂ, ਯੂਹੰਨਾ 3 ਦੀ 3 ਤੋਂ 5, ਰੋਮਨਸ 8 ਦੀ 9 ਆਇਤ, ਪਹਿਲਾ ਕਰੰਥੀਆਂ 6 ਦੀ 9 ਤੇ 10, ਠੀਕ ਹੈ। ਫਸਟ ਕਰੰਥੀਆਂ ਚੈਪਟਰ 6 ਵਰਸਿਸ 9 to 10, ਗਲਤੀਆਂ 5 ਦੀ 19 ਤੋਂ 21, ਇਫਸੀਆਂ 5 ਦੀ 5, ਯਾਨੀ ਇਫੀਸ਼ੀਅਨ ਚੈਪਟਰ 5 ਵਰਸ 5। ਸੋ ਸੈਕੰਡ ਟਿਮੋਥੀ ਚੈਪਟਰ 2 ਵਰਸ 12, ਦੂਸਰਾ ਤਮੋਥੀਅਸ 2 ਦੀ 12, ਫਿਰ ਅਬਰਾਨੀਆਂ 12 ਦੀ 14, ਅਬਰਾਨੀਆਂ ਹਿਬਰੂ ਚੈਪਟਰ 12 ਵਰਸ 14, ਫਿਰ ਪਹਿਲਾ ਯੂਹੰਨਾ 3 ਦੀ 10, ਫਸਟ ਜੌਨ ਚੈਪਟਰ 3 ਵਰਸ 10, ਫਿਰ ਰੈਵਲੇਸ਼ਨ 20 ਦੀ 15। ਤੇ ਇਹਦੇ ਵਿੱਚ ਅਸੀਂ ਇਹ ਦੇਖਿਆ ਹੈ ਕਿ ਇਹ ਕਿਸ ਕਿਸਮ ਦੀ ਗਵਰਨਮੈਂਟ ਹੋਏਗੀ ਤੇ ਕਿਹੜੇ ਲੋਕ ਇਹਦੇ ਵਿੱਚ ਉਹਨਾਂ ਨੂੰ ਅਹੁਦੇ ਦਿੱਤੇ ਜਾਣ, ਠੀਕ ਹੈ। ਇਸ ਲਈ ਉਹਨਾਂ ਦਾ ਨਿਆਂ ਹੋਣਾ ਜ਼ਰੂਰੀ ਹੈ। ਨਰਕਾਂ ਦੀ ਗੱਲ ਨਹੀਂ ਹੋ ਰਹੀ ਕਿ ਉਹਨਾਂ ਦੇ ਕੰਮਾਂ ਦੇ ਮੁਤਾਬਿਕ, ਜਿਸ ਤਰ੍ਹਾਂ ਪਾਲੂਸ ਕਹਿੰਦਾ, ਦੂਸਰਾ ਪਾਲੂਸ ਨਹੀਂ ਕਹਿੰਦਾ, ਦੂਸਰਾ ਕਰੰਥੀਆਂ 5 ਦੀ 10 ਵਿੱਚ, ਹੈ ਨਾ, ਕਿ ਸਾਨੂੰ ਸਾਰਿਆਂ ਨੂੰ, ਰੋਮਨਸ 14 ਦੀ 12, ਸਾਨੂੰ ਸਾਰਿਆਂ ਨੂੰ ਹਿਸਾਬ ਦੇਣਾ ਪੈਣਾ। ਸੋ ਇਹਦੇ ਬਾਅਦ ਹੁਣ ਜੀ ਇਸ ਹਕੂਮਤ ਦਾ ਕੈਪੀਟਲ ਕਿੱਥੇ ਹੋਏਗਾ? ਰਾਜਧਾਨੀ ਜਾਂ ਦਾਰੁਲ ਹਕੂਮਤ ਕਿੱਥੇ ਹੋਏਗਾ? ਜਿਸ ਤਰ੍ਹਾਂ ਇੰਡੀਆ, ਪਾਕਿਸਤਾਨ ਤੇ ਹੋਰ ਮੁਲਕਾਂ ਦੇ, ਸਾਡੇ ਕੈਨੇਡਾ ਦਾ ਤੇ ਕਿੱਥੇ ਹਾਂਜੀ ਉੱਥੇ। ਸੋ ਇਹਦਾ ਰਾਜਧਾਨੀ ਇਹ ਜਿਹੜੀ ਹੈ ਇਸਰਾਈਲ ਦਾ ਯਰੂਸ਼ਲਮ ਦੁਬਾਰਾ ਜਿਹੜਾ ਬਣੇਗਾ, ਹੁਣ ਨਹੀਂ, ਜਿਹੜਾ ਦੁਬਾਰਾ ਤਿਆਰ ਹੋਏਗਾ, ਹਾਂਜੀ, ਉਹਦੇ ਨਾਲੋਂ ਕਈ ਗੁਣਾ ਤੇਜ਼ ਵਾਲਾ ਹੋਏਗਾ, ਜਲਾਲੀ ਹੋਏਗਾ, ਉਹ ਹੋਏਗਾ। ਤੇ ਇਹ ਦੁਨੀਆ ਦਾ ਕੈਪੀਟਲ ਹੋਏਗਾ, ਦੁਨੀਆ ਦਾ, ਖਾਲੀ ਇਸਰਾਇਲ ਦਾ, ਦੁਨੀਆ ਦਾ ਵਰਸ਼ਿਪ ਦਾ ਕੈਪੀਟਲ ਹੋਏਗਾ ਇੱਥੇ। ਕਿਉਂਕਿ ਉਦੋਂ ਸਾਰੀ ਇੱਕੋ ਹੀ ਗਵਰਨਮੈਂਟ ਹੋਣੀ ਸਾਰੀ ਦੁਨੀਆ ਤੇ, ਯਿਸੂ ਦੀ ਗਵਰਨਮੈਂਟ, ਇੱਕੋ ਹੀ ਗਵਰਨਮੈਂਟ ਹੋਣੀ ਹੈ ਪੂਰੀ ਦੁਨੀਆ ਤੇ, ਫਿਰ ਉਹਦਾ ਕੈਪੀਟਲ ਇਹ ਹੋਗਾ। ਯਾਨੀ ਇਹਨੂੰ ਕਹਿ ਲਓ ਕਿ ਗਵਰਨਮੈਂਟ ਸੀਟ ਉੱਥੇ ਹੀ ਹੋਏਗੀ, ਰਾਜਧਾਨੀ, ਠੀਕ ਹੈ। ਇੱਥੋਂ ਹਕੂਮਤ ਪੂਰੀ ਦੁਨੀਆ ਉੱਤੇ ਚਲਾਈ ਜਾਏਗੀ। ਬਿਲਕੁਲ ਠੀਕ ਕਹਿ ਰਹੇ ਹੋ। ਦੇਖ ਲਓ ਕਿੱਥੇ ਲਿਖਿਆ ਹੈ। ਮੈਂ ਕਹਿੰਦਾ ਪੁਰਾਣੇ ਨੇਮ ਤੋਂ ਇਹ ਭਵਿੱਖਬਾਣੀਆਂ ਹੋਈਆਂ ਦੀਆਂ ਨੇ। ਦੇਖੋ ਪ੍ਰਭੂ ਯਿਸੂ ਮਸੀਹ ਦੇ ਜਨਮੇ ਦੇ ਲਈ, ਯਾਨੀ ਸ਼ਬਦ ਜਿਹੜਾ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਨਾਲ ਸੀ ਤੇ ਸ਼ਬਦ ਹੀ ਪਰਮੇਸ਼ਵਰ ਸੀ। ਉਹ ਸ਼ਬਦ ਨੇ ਫਿਰ ਦੇਹ ਧਾਰ ਲਿਆ। ਉਹ ਦੇਹ
ਜਦੋਂ ਦੇਹ ਧਾਰ ਲਿਆ ਤੇ ਫਿਰ ਅਸੀਂ ਦੇਖਦੇ ਹਾਂ ਕਿ ਉਹ ਯਿਸੂ ਦੀ ਸੂਰਤ ਵਿੱਚ ਆ ਗਿਆ। ਲੇਕਿਨ ਇਹ ਭਵਿੱਖਬਾਣੀ ਪਹਿਲਾ ਇਤਿਹਾਸ ਫਸਟ ਕ੍ਰੋਨਿਕਲ ਚੈਪਟਰ 23 25 ਦੇ ਵਿੱਚ ਇਹ ਸਾਰਾ ਇਹ ਦੱਸ ਰਿਹਾ ਕਿ ਇੱਥੋਂ ਹੀ ਹਕੂਮਤ ਚਲਾਈ ਜਾਣੀ ਹੈ। ਕੀ ਲਿਖਿਆ ਸਰ? ਫਸਟ ਕ੍ਰੋਨਿਕਲ ਚੈਪਟਰ 23 ਦੀ 25। ਤੇ ਫਿਰ ਸੈਕਿੰਡ ਇਤਿਹਾਸ ਜਾਂ ਤਾਰੀਖ 35 ਦੀ 4 ਤੋਂ 7। ਸੈਕਿੰਡ ਕ੍ਰੋਨਿਕਲਸ ਚੈਪਟਰ 35 4 to 7। ਸਾਮਸ ਜਾਂ ਜ਼ਬੂਰ 48 ਦੀ 8। ਤੇ ਇਹ ਹੁਣ ਦੇਖੋ ਯਸਾਇਆ 2 ਦੀ 2 ਤੋਂ 4 ਤੋਂ ਲੈ ਕੇ ਕਿ ਅਜ਼ਾਇਆ ਚੈਪਟਰ 2 ਵਰਸ 2 ਐਂਡ 4 ਤੋਂ ਲੈ ਕੇ 11 ਦੀ 11। ਅੱਛਾ ਨਹੀਂ ਸੌਰੀ, ਇਹਨੂੰ ਕੱਢ ਦਿਓ। ਅਜ਼ਾਇਆ ਚੈਪਟਰ 2 ਵਰਸ 2 ਐਂਡ 4। ਫਿਰ ਅਜ਼ਾਇਆ ਚੈਪਟਰ 11 ਦੀ 11 ਤੋਂ ਲੈ ਕੇ ਅਜ਼ਾਇਆ 12 ਦੀ 6 ਤੱਕ। ਇਹਨੂੰ ਜ਼ਰਾ ਠੀਕ ਕਰੋ, ਜ਼ਰਾ ਦੁਬਾਰਾ ਤੁਸੀਂ ਦੱਸ ਦਿਓ। ਹਾਂਜੀ, ਤੁਸੀਂ ਪਹਿਲਾਂ ਕਿਹਾ ਸੀਗਾ ਸਾਮ 48 ਦੀ 8 ਜੀ। ਉਸ ਤੋਂ ਬਾਅਦ ਸੀਗਾ ਇਜ਼ਾਇਆ 2 ਦੀ 2 ਔਰ 4। ਠੀਕ ਹੈ। ਤੇ ਫਿਰ ਹੈਗਾ ਹੈ ਇਜ਼ਾਇਆ 11 ਦੀ 11 ਤੋਂ ਲੈ ਕੇ ਇਜ਼ਾਇਆ 12 ਦੀ 6 ਤੱਕ। ਵਾਹ। ਹਾਂਜੀ। ਫਿਰ ਯਰਮੀਆ 17 ਦੀ 25। ਹਾਂਜੀ। ਹਿਜ਼ਕੀਏਲ 34 ਜਾਂ ਹਿਜ਼ਕੀਏਲ 34 ਦੀ 1 ਤੋਂ 31। ਫਿਰ ਹਿਜ਼ਕੀਏਲ ਚੈਪਟਰ 43 ਦੀ 7ਵੀਂ ਆਇਤ। ਤੇ ਯੂਏਲ 3 ਦੀ 17 ਤੇ 20 ਆਇਤ। ਜੋਲ ਚੈਪਟਰ 3 ਦੀ 17 ਤੇ 20 ਆਇਤ। 3 ਦੀ 17 ਔਰ ਹਾਂ ਯੂਏਲ ਹੈ ਨਾ। ਹਾਂਜੀ। ਫਿਰ ਮਾਈਕਾ ਜਾਂ ਮੀਕਾ 4 ਦੀ 7। 4 ਦੀ 7। ਜ਼ਕਰਾਇਆ 8 ਦੀ 3 ਤੋਂ ਲੈ ਕੇ 23 ਆਇਤ ਤੱਕ। ਜ਼ਕਰਾਇਆ ਚੈਪਟਰ 8 ਵਰਸਿਸ 3 ਤੋਂ 23 ਤੁਸੀਂ ਕਹਿੰਦੇ। 3 to 23। ਤੇ ਜ਼ਕਰਾਇਆ 14 ਦੀ 1 ਤੋਂ 21। The book of Acts chapter 15 first 18 verses ਯਾਨੀ ਚੇਲਿਆਂ ਦੇ ਕਰਤੱਵ 15 ਦੀ ਪਹਿਲੀ 18 ਆਇਤਾਂ। ਤੇ ਇਹ ਅਸੀਂ ਦੇਖਿਆ ਹੈ ਕਿ ਇੱਕ ਕੈਪੀਟਲ ਦੇ ਲਈ ਇਹ ਕਿ ਕਿੱਥੇ ਹੋਣਾ ਹੈ ਜਿੱਥੋਂ ਪੂਰੀ ਰਾਜਧਾਨੀ ਪੂਰੀ ਦੁਨੀਆ ਨੂੰ ਕੰਟਰੋਲ ਕੀਤਾ ਜਾਏ। ਕਨਸੈਪਟ ਕਲੀਅਰ ਹੁੰਦਾ ਜਾ ਰਿਹਾ। ਤੇ ਫਿਰ ਅੱਗੇ ਦੇਖੀਏ ਇਸ ਬਾਦਸ਼ਾਹੀ ਦੀ ਹੱਦ ਕੀ ਹੋਏਗੀ, ਯਾਨੀ ਹਦੂਦ ਕੀ ਹੋਏਗੀ, ਐਕਸਟੈਂਟ ਕੀ ਹੋਏਗੀ। ਇਹ ਵਰਲਡ ਵਾਈਡ ਹੋਏਗੀ ਤੇ ਇਹ ਵੱਧਦੀ ਜਾਣੀ ਹੈ ਹੌਲੀ ਹੌਲੀ। ਜਿਸ ਤਰ੍ਹਾਂ ਹਰ ਬਾਦਸ਼ਾਹੀ ਨਹੀਂ ਥੋੜੀ ਜਿਹੀ ਵੱਧਦੀ ਹੈ। ਯਾਨੀ ਇਹਦੇ ਵਿੱਚ ਰਿਬੈਲੀਅਨ ਤੇ ਪਾਪ ਨਹੀਂ ਹੋਣਾ। ਠੀਕ ਹੈ, ਉਹ ਨਹੀਂ ਹੋਣਾ। ਤੁਸੀਂ ਕਹਿੰਦੇ ਵੱਧਦੀ ਜਾਣੀ ਆ, ਇਹ ਮਤਲਬ ਇਹਦੇ ਵਿੱਚ ਲੋਕ ਪੈਦਾ ਹੁੰਦੇ ਜਾਣਗੇ। ਹੋਰ ਲੋਕ ਨਸਲਾਂ ਉਦੋਂ ਇਹ ਪੈਦਾ ਹੁੰਦੀਆਂ ਜਾਣਗੀਆਂ। ਹਾਂ ਨਹੀਂ, ਜਦੋਂ ਤੁਸੀਂ ਵੱਧਦੀ ਜਾਣੀ ਕਹਿੰਦੇ ਇੱਦਾਂ ਤਾਂ ਨਹੀਂ ਵੀ ਪਹਿਲਾਂ ਥੋੜ੍ਹੀ ਜਗ੍ਹਾ ਤੋਂ ਸ਼ੁਰੂ ਹੋ ਕੇ ਹੌਲੀ 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 ਵੱਧਦੀ ਸਾਰੇ ਦੇਸ਼ 'ਤੇ ਸਾਰੀ ਦੁਨੀਆ 'ਤੇ ਜਾਊਗੀ, ਜਾਂ ਸ਼ੁਰੂਆਤ ਦੇ ਵਿੱਚ ਸਾਰੀ ਦੁਨੀਆ 'ਤੇ? ਸ਼ੁਰੂਆਤ ਹੀ ਇਸਟੈਬਲਿਸ਼ ਹੋ ਜਾਣੀ ਹੈ। ਲੇਕਿਨ ਵਧਣ ਤੋਂ ਮੁਰਾਦ ਇਹ ਵੇ ਕਿ ਗਰੋਥ, ਯਾਨੀ ਉਦੋਂ ਵੀ ਬੱਚੇ ਪੈਦਾ ਹੁੰਦੇ ਜਾਣਗੇ। ਸ਼ਾਇਦ ਉਹਨੂੰ ਕਿੱਦਾਂ ਬਿਆਨ ਕਰ ਦਿਓ ਥੋੜ੍ਹਾ। ਪਾਪੂਲੇਸ਼ਨ ਵਧੂਗੀ, ਪਾਪੂਲੇਸ਼ਨ। ਲੇਕਿਨ ਪਾਪ ਤੇ ਬਗਾਵਤ ਨਹੀਂ ਵਧੇਗੀ। ਉਹ ਨਹੀਂ ਹੋਏਗੀ। ਅਜ਼ਾਇਆ ਚੈਪਟਰ 9 ਵਰਸ 6 and 7। ਅਜ਼ਾਇਆ ਚੈਪਟਰ 11 ਵਰਸ 9 ਯਾਨੀ ਯਸਾਇਆ 9 ਦੀ 6 ਤੇ 7, ਯਸਾਇਆ 11 ਦੀ 9, ਜ਼ਬੂਰ 72 ਦੀ 8, ਸਾਮਸ 72 ਦੀ 8, ਜ਼ਬੂਰ ਸਾਮਸ 97 ਦੀ 9, 97 ਦੀ 9, Daniel chapter 7 verses 13 and 14, ਮੀਕਾ 4 ਦੀ 1 ਤੋਂ 3, ਮਾਈਕਾ chapter 4 first 3 verses, Zechariah chapter 9 verse 10,
ਤੇ ਜ਼ਕਰਾਇਆ ਚੈਪਟਰ 14 ਫਸਟ 21 ਵਰਸਿਸ, ਜ਼ਕਰਾਇਆ 9 ਦੀ 10, ਜ਼ਕਰਾਇਆ 14 ਦੀ 1 ਤੋਂ 21 ਤੇ ਰੈਵਲੇਸ਼ਨ ਚੈਪਟਰ 11 ਵਰਸ 15। ਠੀਕ ਹੈ। ਹਾਂਜੀ, ਇਹਦੇ ਵਿੱਚ ਇਹ ਵੀ ਮੈਂਸ਼ਨ ਹੈਗਾ ਜੀ, ਤੁਸੀਂ ਕਹਿੰਦੇ ਬੱਚੇ ਪੈਦਾ ਹੋਗੇ ਵਧੂਗੇ, ਤੇ ਉਦੋਂ ਉਮਰ ਲੋਕਾਂ ਦੀ ਕਿੰਨੀ ਕੁ ਹੋਏਗੀ? ਦੇਖੋ ਜੀ 1000 ਸਾਲ ਵਿੱਚ ਤੇ ਫਿਰ ਕੋਈ ਮਰੇਗਾ, ਕੋਈ ਡੈਥ ਨਹੀਂ ਹੋਣੀ। ਠੀਕ ਹੈ। ਹਾਂ, ਤੇ ਜੇ ਕੋਈ 100 ਸਾਲ ਦਾ ਉਹ ਮਰ 100 ਸਾਲ ਦਾ ਤੇ ਉਹ ਤੇ ਸਮਝੋ ਐਵੇਂ ਹੀ ਹੈਗਾ, ਬਚਪਨ 'ਚ ਹੀ ਮਰ ਗਿਆ। ਉਹ ਤਾਂ ਬਚਪਨ ਦੀ ਗੱਲ ਹੈ। ਜੇ ਕੋਈ 100 ਸਾਲ ਦਾ ਮਰ ਗਿਆ ਤਾਂ ਉਹ ਤੇ ਕਹਿਣਾ ਇਹ ਤਾਂ ਬੜਾ ਬਚਪਨ 'ਚ ਹੀ ਮਰ ਗਿਆ। ਹਾਂਜੀ, ਅੰਦਾਜ਼ਾ ਲਾਓ ਇੱਥੇ ਤੇ ਕਹਿਣਾ ਇਹ ਤਾਂ ਬੜਾ ਬਚਪਨ 'ਚ ਹੀ ਮਰ ਗਿਆ, ਜਿਹੜਾ 100 ਸਾਲ ਦਾ ਕੋਈ ਮਰ ਗਿਆ ਜੀ ਕੋਈ। ਹਾਂਜੀ। ਅੱਛਾ ਜੀ, ਇਸ ਬਾਦਸ਼ਾਹੀ ਦੇ ਵਿੱਚ ਇਹ ਰਿਆਇਆ ਜਾਂ ਜਨਤਾ ਕੌਣ ਹੋਈ ਹੈ ਨਾ? ਇਹ ਬਾਦਸ਼ਾਹੀ ਹੈ ਨਾ? ਇਹ ਕਰ ਲਈਏ ਮੇਰੇ ਖਿਆਲ 4 ਮਿੰਟ 'ਚ ਹੋ ਜਾਏਗਾ। ਹਾਂਜੀ। ਤੇ ਅੱਛਾ, ਇਹ ਜਿਸ ਤਰ੍ਹਾਂ ਅਸੀਂ ਵੇਖਿਆ ਇਸ ਬਾਦਸ਼ਾਹੀ 'ਚ ਕਈ ਲੋਕ ਸ਼ਾਮਲ ਨਹੀਂ ਹੋਣਗੇ। ਠੀਕ ਹੈ, ਉਹ ਵੀ ਪਹਿਲੇ ਲਿਖ ਲਈਏ। ਮਤੀ 5 ਦੀ ਵੀ ਕਈ ਲੋਕ ਸ਼ਾਮਲ ਨਹੀਂ ਹੋਣਗੇ ਇਸ 1000 ਈਅਰਸ ਦੇ ਵਿੱਚ, ਇਸ ਦੇ ਵਿੱਚ ਇਹ ਵੀ ਜ਼ਰੂਰੀ ਹੈ। ਮਤੀ 5 ਦੀ 20, ਮਤੀ 13 ਦੀ 49 ਤੇ 50, ਮਤੀ 13 ਦੀ 49 ਤੇ 50 ਤੇ ਮਤੀ 24 ਦੀ 45 ਤੋਂ 51 ਤੇ ਮਤੀ 25 ਦੀ 25 ਤੋਂ 28 ਤੇ 31 ਤੋਂ 46। ਓਕੇ, ਮੈਥਿਊ ਚੈਪਟਰ 25 ਵਰਸਿਸ 25 to 28 ਤੇ ਫਿਰ 31 ਤੋਂ 46। ਰੈਵੋਲੇਸ਼ਨ ਪ੍ਰਕਾਸ਼ ਦੀ ਪੋਥੀ ਮੁਕਾਸ਼ਫਾ 14 ਚੈਪਟਰ 14 ਦੀ 9 ਤੋਂ 12 ਤੇ ਇਹ ਜਿਹੜੀਆਂ ਨੇ ਇਹਦੇ ਵਿੱਚ ਇਹ ਕੈਟਾਗਰੀ ਦੇ ਲੋਕ ਇਸ ਵਿੱਚ ਆਣਗੇ ਨਹੀਂ, ਇਹ ਖਤਮ ਹੋਣਗੇ, ਇਹ ਖਤਮ ਹੋ ਜਾਣਗੇ। ਠੀਕ ਹੈ। ਤੇ ਉਹ ਕੌਮਾਂ ਜਿਹੜੀਆਂ ਉਸ ਵੇਲੇ ਜ਼ਮੀਨ ਤੇ ਹੋਣਗੀਆਂ, ਠੀਕ ਹੈ, ਉਹ ਯਿਸੂ ਮਸੀਹ ਦੇ ਆਉਣ ਤੱਕ ਉਹ ਜ਼ਿੰਦਾ ਰਹਿਣਗੀਆਂ ਤੇ ਉਹਨਾਂ ਦੀ ਬਾਦਸ਼ਾਹੀ 'ਚ ਹਮੇਸ਼ਾ ਤੱਕ ਰਹਿਣਗੀਆਂ। ਹਾਂਜੀ, ਤੇ ਹਮੇਸ਼ਾ ਤੱਕ ਹੀ ਰਹੂਗਾ, ਮਤਲਬ ਇਹ ਫਾਰਐਵਰ ਰਹਿਣਗੀਆਂ। ਕੌਣ? ਉਹ ਕੌਮਾਂ ਜਿਹੜੀਆਂ ਗੈਰ ਕੌਮਾਂ ਨੇ ਯਿਸੂ ਮਸੀਹ ਦੇ ਆਉਣ ਤੱਕ ਇਹ ਨਹੀਂ ਹੋਣਗੀਆਂ। ਇਹ ਜਦੋਂ ਪੜ੍ਹੋਗੇ ਇਹ ਜਿਹੜੇ ਹਵਾਲੇ ਨੇ, ਇਹ ਨਹੀਂ ਹੋਣਗੀਆਂ, ਇਹ ਖਤਮ ਹੋ ਜਾਣਗੀਆਂ। ਲੇਕਿਨ ਆਹ ਵਾਲੀਆਂ ਕੌਮਾਂ ਹੋਣਗੀਆਂ। ਕਿਹੜੀਆਂ ਹੋਣਗੀਆਂ? ਸਾਰੀਆਂ ਨੇਸ਼ਨਸ, ਸਾਰੀ ਲੈਂਗੁਏਜਸ ਬੋਲਣ ਵਾਲੇ ਤੇ ਉਹ ਲੋਕ ਜਿਹੜੇ ਯਿਸੂ ਇਸ ਲਈ ਹੋਣਗੀਆਂ ਕਿ ਇਹਨਾਂ ਆਣ ਯਿਸੂ ਦੀ ਖਿਦਮਤ ਕਰਨੀ ਹੈ। ਹਾਂਜੀ, ਜਿੱਦਾਂ ਹੁਣ ਜਿਹੜੇ ਮਸੀਹੀ ਚੱਕੇ ਗਏ ਉਹ ਸਾਰੇ ਪੁਰਾਣੇ ਉਹ ਤੇ ਆਉਣਗੇ, ਸਾਰੇ ਉਹ ਨਾਲ ਯਿਸੂ ਦੇ ਧਰਤੀ ਤੇ ਆਉਗੇ, ਲੈਂਡ ਕਰੂਗੇ ਤੇ ਉਦੋਂ ਸਾਰਾ ਕੰਮਕਾਜ ਤਾਂ ਚੱਲ ਰਿਹਾ ਹੋਏਗਾ, ਵਿਆਹ ਸ਼ਾਦੀਆਂ ਹੁੰਦੇ ਰਹਿਣਗੇ। ਹਾਂਜੀ, ਤੇ ਉਦੋਂ ਮਤਲਬ ਕਿ ਜਿਹੜਾ ਸੀਗਾ ਉਹ ਟਰਬੂਲੇਸ਼ਨ, ਗ੍ਰੇਟ ਟਰਬੂਲੇਸ਼ਨ 7 ਸਾਲ ਦਾ ਖਤਮ, ਲੋਕੀ ਦੁਨੀਆ ਹੋਣੇ ਨਾ, ਤੇ ਸ਼ੈਤਾਨ ਵੀ ਡੱਕਿਆ ਜਾਏਗਾ। ਡੱਕਿਆ ਜਾਣਾ, ਯਿਸੂ ਦਾ ਆਪਣਾ ਝੰਡਾ ਕੱਢ ਦੇਣਾ, ਤੇ ਲੋਕੀ ਤਾਂ ਜਿਹੜੇ ਹੋਣੇ ਆ, ਲੋਕੀ ਜਿਹੜੇ ਹਾਂਜੀ ਬਹੁਤ ਉਹਨਾਂ ਤੇ ਰਾਜ ਕਰਨਾ ਨਾਲ ਮਸੀਹਾਂ ਦੇ ਨਾਲ, ਉਹ ਕੌਮਾਂ ਦੀ ਗੱਲ ਕਰ ਰਹੇ ਆ, ਉਹ ਕੌਮਾਂ ਦੀ। ਹਾਂਜੀ, ਕਿਉਂਕਿ ਦੇਖੋ ਉਦੋਂ ਤੇ ਇਹ ਪਾਪ ਉਹ ਸ਼ੈਤਾਨ ਨੇ ਨਹੀਂ ਹੋਣਾ ਤੇ ਪਾਪ ਕਿੱਥੇ ਹੋਣਾ? ਬੜਾ ਅੱਛਾ ਵਕਤ ਹੋਣਾ ਹੈ, ਇਹ ਦੁਨੀਆ 'ਚ ਕਦੀ ਨਹੀਂ ਆਇਆ। ਨੋ GST ਐਂਡ ਸੌਰੀ। ਅੱਛਾ, ਤੇ ਇਹ ਜਿਹੜੀਆਂ ਕੌਮਾਂ ਨੇ, ਤੇ ਤੁਸੀਂ ਹੁਣ ਇਹ ਕਹਿ ਰਹੇ ਆ ਉਹ ਜਿਹੜੀਆਂ ਕੌਮਾਂ ਜਿਹੜੇ ਹਾਲੇ ਯਿਸੂ ਦੇ ਵਿਸ਼ਵਾਸ ਨਹੀਂ ਸੀ ਕਰਦੇ, ਉਹ ਲੋਕ ਹੋਣਗੇ, ਉਹ ਹੋਊਗੇ, ਤੇ ਉਹਨਾਂ ਨੇ 1000 ਸਾਲ ਦੇ ਵਿੱਚ ਨਹੀਂ ਮੰਨਣਾ, ਤੁਸੀਂ ਕਹਿ ਰਹੇ ਆ। ਦੇਖੋ ਜਿਸ ਤਰ੍ਹਾਂ ਬਨੀ ਇਸਰਾਈਲ ਕੌਮ, ਖੁਦਾ ਨੇ 40 ਸਾਲ ਫੇਰੇ ਲਾਈ ਰੱਖੇ ਤਾਂ ਕਿ ਇਹ ਨਸਲ ਮੁੱਕ ਜਾਏ ਤੇ ਉਹਨਾਂ ਵਿੱਚੋਂ ਬੱਚੇ ਤੇ ਪੈਦਾ ਹੋਏ ਨਾ। ਤੇ ਉਹ ਨਵੀਂ ਨਸਲ ਨੂੰ ਲੈ ਕੇ ਯਸ਼ੂਆ ਦੇ ਥਰੂ ਪ੍ਰੋਮਿਸ ਲੈਂਡ 'ਚ ਚਲੇ। ਇੰਝ ਹੀ ਇਹ ਜਿਹੜੇ ਲੋਕ ਜਿਹੜੇ ਇੱਥੇ ਇਹ ਲਿਖੇ ਦੇ ਨੇ, ਇਹ ਮੁੱਕ ਜਾਣਗੇ। ਉਹਨਾਂ ਦੀਆਂ ਨਸਲਾਂ ਜਿਹੜੀਆਂ ਨੇ ਉਹ ਬੱਚੇ ਹੀ ਹੋਣਗੇ, ਉਹ ਰਹਿਣਗੇ, ਉਹਨਾਂ ਵਿੱਚ ਵੀ ਵਿਆਹ ਹੋਣਗੇ। ਅੱਗੇ ਆ ਰਿਹਾ,
ਅੱਗੇ ਆ ਤੇ ਗਏ। ਉਹ ਜਿਹੜੇ ਇੱਕ ਮਿੰਟ ਜੀ ਮੈਂ ਥੋੜਾ ਮੇਰੇ ਸਵਾਲ ਦਾ ਤੁਸੀਂ ਜਵਾਬ ਦੇ ਰਹੇ ਹੋ ਨਾ ਤੇ ਅੱਛਾ ਉਹ ਮੈਂ ਆਪਣੀ ਜਿਹੜੀ ਹੈਗੀ ਆ ਹਾਲਾ ਨਹੀਂ ਦੇ ਰਿਹਾ, ਉਹ ਆਣਗੇ ਅੱਗੇ। ਇਹ ਹੁਣ ਸ਼ੁਰੂ ਹੋ ਗਿਆ। ਸ਼ੁਰੂ ਹੋ ਗਿਆ ਲੱਗਦਾ ਹੈ। ਹਾਂਜੀ, ਹਾਂਜੀ। ਚਲੋ ਡੈਨੀਅਲ ਪੜ੍ਹ ਲਓ। ਪਰ ਤੁਸੀਂ ਪਹਿਲਾਂ ਕਿਹਾ ਸੀਗਾ ਇਹ ਜਿਹੜੀਆਂ ਕੌਮਾਂ ਇਹ ਸਦਾ ਲਈ ਰਹੂਗੀਆਂ। ਸਦਾ ਰਹਿਣਗੇ। ਇਹ ਤੁਸੀਂ 1000 ਸਾਲਾ ਬਾਦਸ਼ਾਹੀ ਔਰ ਉਹਦੇ ਬਾਅਦ ਵੀ ਜਦੋਂ ਤੁਸੀਂ ਕਹਿ ਰਹੇ ਹੋ ਕੌਮਾਂ ਸਦਾ ਲਈ ਰਹੂਗੀਆਂ, ਜਿਹੜਾ ਮਤਲਬ ਜਿਹੜਾ ਇਨਸਾਨ ਉਸ ਟਾਈਮ ਪੈਦਾ ਹੋਇਆ ਆ, ਜਿਹੜੇ ਯਿਸੂ ਦੇ ਵਿੱਚ ਵਿਸ਼ਵਾਸੀ ਆ ਗਏ, ਜਿਹੜੇ ਨਹੀਂ ਵਿਸ਼ਵਾਸੀ ਹੈਗੇ ਉਹਨਾਂ ਤੇ ਰੂਲ ਕਰਨਾ ਆ। ਹਾਂ ਹਾਂਜੀ, ਰੂਲ ਕਰਨਾ ਆ। ਤੇ ਜਿਹੜੇ ਉਹ ਗੈਰ ਵਿਸ਼ਵਾਸੀ ਆ ਜਿਨ੍ਹਾਂ ਤੇ ਰੂਲ ਕਰਨਾ ਆ ਉਹ ਵੀ ਯਿਸੂ ਨੂੰ ਮੰਨਣਗੇ ਕਦੋਂ। ਤੇ ਪਰ ਫਿਰ ਉਹ ਮਤਲਬ ਤੁਸੀਂ ਕਹਿੰਦੇ ਆ ਉਹ 1000 ਸਾਲ ਉਹ ਕੋਈ ਮਰੂਗਾ ਨਹੀਂ, ਪਰ ਮਰੂਗੇ ਬੱਚੇ ਪੈਦਾ ਹੁੰਦੇ ਰਹੂਗੇ ਉਹਨਾਂ ਦੇ। ਹਾਂਜੀ ਹਾਂ ਮਰੂਗੇ ਪਰ ਬੱਚੇ ਪਰ ਇਹਦੇ ਵਿੱਚ ਕਰਨਾ ਕੀ ਪਰ ਉਹ ਹੋਗਾ? ਮਤਲਬ ਪਰ ਇੱਕ ਗੱਲ ਹੈ ਵਚਨ 'ਚ ਲਿਖਿਆ ਵੀ ਉਹ ਜੇ ਕੋਈ ਉਹਦੇ ਵਿੱਚ ਕੋਈ 100 ਸਾਲ ਦਾ ਮਰ ਗਿਆ ਤਾਂ ਬਹੁਤ ਕਹਿਣਾ ਬਚਪਨ 'ਚ ਹੀ ਮਰ ਗਿਆ, ਉਹ ਤਾਂ ਲੰਬੀ ਉਮਰਾਂ ਹੋਊਗੀ। ਹਾਂਜੀ ਅੱਛਾ ਹੁਣ ਇਹ ਜਿਹੜੀ ਗੱਲ ਹੁਣ ਕਰ ਰਹੇ ਆ, ਫਿਰ ਤੁਸੀਂ ਇਹ ਵੀ ਕਿਹਾ ਵੀ ਉਹ ਮਰੂਗੇ ਨਹੀਂ ਮਤਲਬ। ਹਾਂ ਹਾਂ ਚਲੋ ਪੜੋ। ਹਾਂਜੀ ਇਹਦੇ ਵਿੱਚ ਇਹ ਗੱਲ ਬਹੁਤ, ਕਿਉਂਕਿ ਇਹ ਨਾ ਬਹੁਤ ਹੀ ਅੱਛੀ ਗੱਲ ਹੈ। ਜਿੰਨੇ ਸਵਾਲ ਇਹਦੇ 'ਚ ਕਰੀਏ ਉਹਨੇ ਚੰਗੇ ਨੇ। ਦੇਖੋ ਡੈਨੀਅਲ 7 ਦੀ ਹੁਣ ਇਹ ਪੜ੍ਹਨੀ ਪੈਣੀ ਹੈ, ਕਿਉਂਕਿ ਸਵਾਲ ਕੀਤਾ ਹੈ ਤੇ ਹੁਣ ਪੜ੍ਹਨਾ ਤੇ ਪੈਣਾ ਹੀ ਹੈ। ਪੜ੍ਹਿਆ ਨਹੀਂ ਅੱਜ ਕੁਛ ਬਹੁਤਾ ਹੈ ਉਹ ਨਹੀਂ, ਉਹ ਫਿਰ ਉਹ ਸਾਡੇ ਹਾਂ, ਲੇਕਿਨ ਇਹ ਕਿੰਨਾ ਪੜ੍ਹਦੇ ਚਲੋ। ਤੇ ਅਸੀਂ ਕਰ ਰਹੇ ਸਾਂ ਕਿ ਉਹ ਸਾਰੀਆਂ ਕੌਮਾਂ, ਉਹ ਜ਼ੁਬਾਨਾਂ ਬੋਲਣ ਵਾਲੇ, ਲੈਂਗੁਏਜਸ ਤੇ ਸਾਰੇ ਲੋਕ ਉਹਦੀ ਯਿਸੂ ਦੀ ਖਿਦਮਤ ਕਰਨਗੇ ਤੇ ਉਹਦੀ ਬਾਦਸ਼ਾਹੀ 'ਚ, ਉਹਦੀ ਡੋਮੀਨੀਅਨ ਦੇ ਵਿੱਚ ਹਮੇਸ਼ਾ ਤੱਕ ਰਹਿਣਗੇ। ਅੱਗੇ ਪੜੋ। ਅੱਛਾ ਪਹਿਲੇ ਹਵਾਲੇ ਦੇਖੋ। ਹਾਂ ਡੈਨੀਅਲ 7 ਦੀ ਤੁਸੀਂ ਡੈਨੀਅਲ 7 ਦੀ 13, 14, 18, 22 ਤੋਂ 27, ਯਸਾਇਆ 22 ਤੋਂ 27। 27 ਕਿਉਂਕਿ ਹੁਣ ਤੁਹਾਨੂੰ ਹਵਾਲੇ ਜ਼ਿਆਦਾ ਸਾਨੂੰ ਮਿਲਣੇ ਚਾਹੀਦੇ ਨੇ। ਉਹਦੇ ਬਾਅਦ ਜੀ ਯਸਾਇਆ 9 ਦੀ 6 ਤੇ 7ਵੀਂ ਆਇਤ ਉਸ ਹੈ, ਤੇ ਜ਼ਕਰਾਇਆ 14 ਦੀ ਪਹਿਲੀ 21 ਆਇਤਾਂ, 14 ਦੀ ਪਹਿਲੀਆਂ 21 ਹਾਂ ਫਸਟ 21 ਵਰਸਿਸ। ਲੂਕਾ ਨਏ ਨੇਮ ਵਿੱਚ ਇਹ ਵੀ ਇੱਕ ਪੜ੍ਹ ਦੇਣਾ, ਲੂਕਾ 1 ਦੀ 32 ਤੋਂ 35, 1 ਦੀ 32 ਤੋਂ 35 ਤੇ ਰੈਵਲੇਸ਼ਨ 11 ਦੀ 15। ਠੀਕ ਹੈ। ਸੋ ਡੈਨੀਅਲ ਦਾ ਪੜ੍ਹ ਦਿਓ ਤੇ ਲੂਕਾ ਦਾ ਪੜ੍ਹ ਦਿਓ, ਵਿੱਚ ਕਰ ਲਓ। ਟਾਈਮ ਵੀ ਹੋ ਗਿਆ ਜੀ। ਉਹ ਅੱਛਾ ਜੀ। ਹਾਂ ਸੋ ਫਿਰ ਨੈਕਸਟ ਕਰ ਲਾਂਗੇ। ਹਾਲੇਲੂਇਆ। ਫਿਨਿਸ਼ ਕਰਦੇ ਹਾਂ ਜੀ। ਹਾਲੇਲੂਇਆ। ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ, ਆਪ ਦੇ ਵਚਨ ਦੇ ਲਈ। ਜੋ ਕੁਝ ਵੀ ਪੜ੍ਹਿਆ ਗਿਆ, ਬੋਲਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ ਪਵਿੱਤਰ ਆਤਮਾ ਦੁਆਰਾ, ਉਹ ਸਾਡੇ ਅੰਦਰ ਵਸ ਜਾਏ। ਪਰਮੇਸ਼ਰ ਪਿਤਾ ਆਪ ਜੀ ਦੀ ਮਰਜ਼ੀ ਪੂਰੀ ਹੋਵੇ ਔਰ ਆਪ ਦੇ ਰਾਜ ਦੇ ਲਈ ਤਿਆਰੀ ਹੋਵੇ, ਆਪ ਦੇ ਰਾਜ ਦੇ ਲਈ ਵਰਤੀ ਜਾਏ ਪਰਮੇਸ਼ਰ ਪਿਤਾ। ਔਰ ਇਹ ਸਾਰਾ ਵਚਨ ਯਿਸੂ ਦੇ ਪਵਿੱਤਰ ਲੋਕ ਵਿੱਚ ਟੱਕਦੇ ਹਾਂ, ਸੀਲ ਕਰਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ।